ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਅਨ ਦਿਨ ਗੁਣ ਗਾਵਹਿ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। आप जी जितने भी गुरु प्यारे सत संगी दूरों नेड़ियों चल करके चवर छतर तख्त दे मालिक
ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ। ਕੋਨ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤ ਸਰੋਵਰ ਦੇ ਆਪ ਜੀ ਨੇ ਇਸ਼ਨਾਨ ਕੀਤੇ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ, ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਆਪਾਂ ਰੋਜ਼ਾਨਾ ਹੀ ਸਾਰੇ ਸੰਗਤੀ ਰੂਪ ਦੇ ਅੰਦਰ ਜੁੜ ਕਰਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼ਰਵਣ ਕਰਦੇ ਹਾਂ। ਅੱਜ ਦਾ ਵੀ ਜੋ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਪਾਵਨ ਪਵਿੱਤਰ ਜੋ ਦਿਹਾੜਾ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1713 ਬਿਕਰਮੀ ਸਾਵਣ ਬਦੀ ਨੌਵੀਂ ਨੂੰ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੰਮ੍ਰਿਤ ਵੇਲੇ ਪ੍ਰਗਟ ਹੋਇਆ। ਆਪ ਜੀ ਦੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅਵਸਥਾ ਕਰਕੇ ਵੱਡੇ ਭਰਾਤਾ ਤੋਂ ਛੋਟੇ ਹਨ, ਪਰੰਤੂ ਆਪ ਜੀ ਨੇ ਪਿਤਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਮਹਾਨ ਰੱਜ ਕੇ ਸੰਗਤ ਕੀਤੀ। ਕਥਾ ਵਿਚਾਰ ਸਤਿਗੁਰੂ ਪਿਤਾ ਜੀ ਦੀ ਪਾਵਨ ਰਸਨਾ ਤੋਂ ਸ਼ਰਵਣ ਕਰਦੇ। ਜਿੱਥੇ ਆਪ ਕਥਾ ਕੀਰਤਨ ਤੇ ਸਮਾਗਮਾਂ ਦੇ ਵਿੱਚ ਜੁੜਦੇ ਨੇ, ਉੱਥੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ ਵੀ ਬੈਠਦੇ ਹਨ। ਤੇ ਜਦੋਂ ਸੰਗਤਾਂ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਆਪ ਦੇ ਚਰਨਾਂ ਵਿੱਚ ਜੁੜਦੇ ਨੇ, ਇਹਨਾਂ ਵਿੱਚੋਂ ਆਪ ਜੀ ਦੀ ਜਿਹੜੀ ਖੁਸ਼ੀ ਹੈ ਕਿਸ ਸਾਹਿਬਜ਼ਾਦੇ ਦੀ ਉੱਪਰ ਹੈ, ਆਪ ਜੀ ਦੀ ਜਿਹੜੀ ਜੋਤ ਹੈ ਕਿਹੜੇ ਸਾਹਿਬਜ਼ਾਦੇ ਦੇ ਅੰਦਰ ਇਸਤਤ ਹੋਵੇਗੀ। ਤਾਂ ਸੰਗਤਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਇੱਕ ਸੂਈ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਤੁਹਾਡਾ ਨਿਰਣਾ ਗੁਰੂ ਨਾਨਕ ਸਾਹਿਬ ਆਪ ਕਰਵਾ ਦੇਣਗੇ। ਇਹ ਸੂਈ ਲੈ ਕੇ ਚਲੇ ਜਾਵੋ। ਦੋਵੇਂ ਸਾਹਿਬਜ਼ਾਦੇ ਵੱਖੋ ਵੱਖਰੇ ਕਮਰਿਆਂ ਵਿੱਚ ਬੈਠ ਕਰਕੇ ਪੋਥੀ ਪ੍ਰਕਾਸ਼ ਕਰਕੇ 5 ਗ੍ਰੰਥੀ ਤੋਂ ਨਿਤਨੇਮ ਕਰਦੇ ਨੇ। ਹੌਲੀ ਜਿਹੇ ਜਾ ਕੇ ਪਾਵੇ ਦੇ ਨਾਲ ਸੂਈ ਲਾਉਣਾ ਕਰਿਓ। ਜਿਹੜੇ ਪਾਵੇ ਦੇ ਅੰਦਰ ਸੂਈ ਧਸ ਜਾਵੇਗੀ, ਸਮਝ ਲੈਣਾ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਟਿਕੇਗੀ। ਇਹ ਸੂਈ ਲੈ ਕੇ ਗੁਰੂ ਕੀਆਂ ਸੰਗਤਾਂ ਜਦੋਂ ਬਾਬਾ ਰਾਮ ਰਾਏ ਜੀ ਵੱਡੇ ਸਾਹਿਬਜ਼ਾਦੇ ਜਿਹੜੇ ਕਮਰੇ ਵਿੱਚ ਨਿਤਨੇਮ ਕਰਦੇ ਹਨ, ਜਦੋਂ ਜਾ ਕੇ ਪੀੜੇ ਦੇ ਨਾਲ ਮੰਜੀ ਸਾਹਿਬ ਦੇ ਪਾਵੇ ਨਾਲ ਸੂਈ ਲਾਉਣਾ ਕੀਤੀ,
ਤੇ ਸੂਈ ਉਸ ਪਾਵੇ ਦੇ ਅੰਦਰ ਨਹੀਂ ਧਸੀ ਹੈ। ਮੱਥਾ ਟੇਕ ਕੇ ਸੰਗਤਾਂ ਬਾਹਰ ਆਈਆਂ। ਫਿਰ ਦੂਸਰੇ ਕਮਰੇ ਵਿੱਚ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿੱਥੇ ਬਾਣੀ ਦਾ ਨਿਤਨੇਮ ਕਰ ਰਹੇ ਨੇ, ਜਦੋਂ ਪਾਵੇ ਦੇ ਨਾਲ ਜਾ ਕੇ ਸੂਈ ਲਾਉਣਾ ਕੀਤੀ, ਇਸ ਤਰ੍ਹਾਂ ਸੂਈ ਜਿਹੜੀ ਪਾਵੇ ਨੇ ਖਿੱਚ ਲਈ ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦਾ, ਲੱਕੜ ਦੇ ਅੰਦਰ ਇਸ ਤਰ੍ਹਾਂ ਪ੍ਰਵੇਸ਼ ਕਰ ਗਈ ਜਿਵੇਂ ਮੋਮ ਦੇ ਵਿੱਚ ਕੋਈ ਸੂਈ ਨੂੰ ਧਸੋ ਦੇਈਏ। ਸੰਗਤਾਂ ਦੇ ਮਨਾਂ ਦੀ ਤਸੱਲੀ ਹੋਈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੀ ਜੋਤ ਟੇਕੇਗੀ। ਇਹ ਗੁਰੂ ਨਾਨਕ ਸਾਹਿਬ ਦਾ ਰੂਪ ਹੋਣਗੇ। ਸਮਾਂ ਬੀਤਿਆ। ਉਸ ਤੋਂ ਬਾਅਦ ਰਾਮ ਰਾਏ ਜਿਹੜਾ ਸੀ ਇਹ ਦਿੱਲੀ ਦੇ ਵੱਲ ਚਲਿਆ ਗਿਆ। ਉੱਥੇ 72 ਕਰਾਮਾਤਾਂ ਮੁੱਖ ਇਹਨੇ ਦਿਖਾਈਆਂ। ਔਰੰਗਜ਼ੇਬ ਨੂੰ ਪ੍ਰਭਾਵਿਤ ਕਰ ਲਿਆ। ਔਰੰਗਜ਼ੇਬ ਇਹਦਾ ਸ਼ਰਧਾਲੂ ਬਣਿਆ। ਜਿਸ ਵੇਲੇ ਇਹਨੇ ਗੁਰਬਾਣੀ ਦੀ ਜਿਹੜੀ ਤੁਕ ਹੈ, ਮਿੱਟੀ ਮੁਸਲਮਾਨ ਕੀ ਪੀੜਾ ਪਈ ਘੁਮਿਆਰ, ਮੁਸਲਮਾਨ ਦੀ ਜਗ੍ਹਾ ਬੇਈਮਾਨ ਉਚਾਰਨ ਕੀਤਾ। ਉਚਾਰਨ ਸੁਣ ਕਰਕੇ ਸੰਗਤਾਂ ਨੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ। ਉੱਥੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿਹੜਾ ਸਾਡਾ ਇਹ ਪੁੱਤਰ ਅੱਜ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਤਬਦੀਲ ਕਰਨ ਲੱਗ ਪਿਆ, ਇਹ ਸਾਡਾ ਪੁੱਤਰ ਨਹੀਂ ਹੈ। ਜਿੱਧਰ ਨੂੰ ਮੂੰਹ ਹੈ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ, ਦਰਸ਼ਨ ਕਰਨ ਦੀ ਕਿਰਪਾਲਤਾ ਨਾ ਕਰੇ ਤੇ ਦਰਸ਼ਨ ਦੇਣ ਦੀ ਖੇਚਲ ਨਾ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਐਸੇ ਜਦੋਂ ਬਚਨ ਕਹੇ, ਰਾਮ ਰਾਏ ਨੂੰ ਪਤਾ ਲੱਗਿਆ, ਬੜਾ ਇਹ ਤੜਫਿਆ ਅੰਦਰੋਂ। ਇਧਰੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਉੱਤੇ ਬਖਸ਼ਿਸ਼ਾਂ ਹੋਈਆਂ। ਗੁਰਤਾ ਗੱਦੀ ਦੇ ਤਖਤ ਦੇ ਉੱਪਰ ਬਿਠਾ ਦਿੱਤਾ ਗੁਰੂ ਹਰਿ ਰਾਏ ਸਾਹਿਬ ਜੀ ਨੇ। ਜਦੋਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਹਨ, ਤਾਂ ਉਸ ਤੋਂ 13 ਦਿਨਾਂ ਤੋਂ ਬਾਅਦ ਗੁਰਤਾ ਗੱਦੀ ਦੇ ਤਖਤ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁਭਾਏਮਾਨ ਹੋਏ ਤੇ ਰਾਮ ਰਾਏ ਈਰਖਾ ਦੇ ਵਿੱਚ ਸੜ ਉੱਠਿਆ। ਇਹਨੇ ਫਿਰ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ, ਬਾਦਸ਼ਾਹ ਜੀ, ਮੇਰੇ ਪਿਤਾ ਹਰਿ ਰਾਏ ਸਾਹਿਬ ਜੀ ਨੇ ਆਪਣੀ ਜਿਹੜੀ ਜੋਤ ਹੈ ਉਹ ਗੁਰਤਾ ਗੱਦੀ ਦੀ ਹਰਿਕ੍ਰਿਸ਼ਨ ਸਾਹਿਬ ਮੇਰੇ ਛੋਟੇ ਭਰਾ ਨੂੰ ਬਖਸ਼ਿਸ਼ ਕਰ ਦਿੱਤੀ। ਮੇਰਾ ਵੱਡਾ ਭਰਾ, ਮੈਂ ਵੱਡਾ ਹੋਣ ਕਰਕੇ ਮੇਰਾ ਗੁਰਤਾ ਗੱਦੀ ਤੇ ਹੱਕ ਸੀ। ਇਸ ਤਰ੍ਹਾਂ ਕਰੋ, ਮੈਨੂੰ ਗੁਰਤਾ ਗੱਦੀ ਦਿਵਾਓ, ਤੇ ਨਹੀਂ ਫਿਰ ਮੇਰੇ ਛੋਟੇ ਭਰਾ ਹਰਿਕ੍ਰਿਸ਼ਨ ਜੀ ਨੂੰ ਆਪਣੇ ਕੋਲ ਬੁਲਾ ਕੇ ਜਿੰਨੀਆਂ ਕਰਾਮਾਤਾਂ ਸ਼ਕਤੀਆਂ ਮੈਂ ਵਿਖਾਈਆਂ ਤੇ ਉਹਨਾਂ ਕੋਲੋਂ ਵੇਖਣੀਆਂ ਕਰੋ। 7ਵੇਂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ, ਪੁੱਤਰ ਜੀ, ਔਰੰਗਜ਼ੇਬ ਬਾਦੀ ਹੰਕਾਰੀ ਦੇ ਮੱਥੇ ਨਹੀਂ ਲੱਗਣਾ, ਉਹਦੇ ਨਾਲ ਮਿਲਾਪ ਨਹੀਂ ਕਰਨਾ, ਉਹਨੂੰ ਦਰਸ਼ਨ ਨਹੀਂ ਦੇਣੇ, ਉਹਦੇ ਨਾਲ ਕਦੇ ਵੀ ਰਾਬਤਾ ਨਹੀਂ ਰੱਖਣਾ। ਹੁਣ ਉਸ ਵੇਲੇ ਔਰੰਗਜ਼ੇਬ ਦੇ ਜਦੋਂ ਕੰਨ ਭਰ ਦਿੱਤੇ ਰਾਮ ਰਾਏ ਨੇ, ਇਹਨੇ ਰਾਜਾ ਜੈ ਸਿੰਘ ਸਵਾਈ ਨੂੰ ਕੋਲ ਬੁਲਾਇਆ। ਔਰੰਗਜ਼ੇਬ ਕਹਿਣ ਲੱਗਿਆ, ਰਾਜਨ, ਤੂੰ ਬੜੀ ਸ਼ਰਧਾ ਰੱਖਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਉੱਪਰ, ਸੱਚਾ ਸ਼ਰਧਾਲੂ ਹੈ ਗੁਰੂ ਘਰ ਦਾ। ਮੇਰੇ ਵੱਲੋਂ ਪੱਤਰਕਾ ਲੈ ਕੇ ਜਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਣਾ ਕਰ, ਇੱਥੇ ਦਰਸ਼ਨ ਦੇਣ ਆ ਕਰਕੇ। ਹੋਰ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਮੈਂ ਸਤਿਗੁਰੂ ਤੋਂ ਸੁਣਨੀਆਂ ਚਾਹੁੰਦਾ ਹਾਂ। ਇਹ ਚਿੱਠੀ ਦੇ ਕਰਕੇ ਰਾਜਾ ਜੈ ਸਿੰਘ ਸਵਾਈ ਨੂੰ ਔਰੰਗਜ਼ੇਬ ਨੇ ਕੀਰਤਪੁਰ ਦੀ ਧਰਤੀ ਵੱਲ ਭੇਜ ਦਿੱਤਾ। ਦਿੱਲੀ ਦੀਆਂ ਸੰਗਤਾਂ ਨੇ ਪੱਤਰਕਾ ਲਿਖ ਦਿੱਤੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਔਰੰਗਜ਼ੇਬ ਬੜਾ ਬਾਦੀ ਹੈ, ਕੁਪੱਤਾ ਹੈ ਤੇ ਬੜੇ ਹਠੀਲੇ ਸੁਭਾਅ ਵਾਲਾ ਹੈ। ਇਸ ਨੂੰ ਰਾਮ ਰਾਏ ਨੇ ਬਹੁਤ ਤਰ੍ਹਾਂ ਦੀਆਂ ਚੁਗਲੀਆਂ ਕਰ ਕਰਕੇ ਕੰਨ ਭਰ ਦਿੱਤੇ ਨੇ। ਸਤਿਗੁਰੂ ਪਾਤਸ਼ਾਹ ਆਪ ਜੀ ਨੇ ਦਿੱਲੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਔਰੰਗਜ਼ੇਬ ਦੇ ਨਾਲ ਮਿਲਾਪ ਨਾ ਰੱਖਣਾ। ਇਹ ਪੱਤਰਕਾ ਵੀ ਸਤਿਗੁਰਾਂ ਦੇ ਕੋਲ ਆ ਗਈ। ਰਾਜਾ ਜੈ ਸਿੰਘ ਸਵਾਈ ਦਾ ਜਿਹੜਾ ਵਜ਼ੀਰ ਸੀ ਉਹ ਵੀ ਚਿੱਠੀ ਲੈ ਕੇ ਪਹੁੰਚਿਆ। ਸਤਿਗੁਰਾਂ ਨੇ ਚਿੱਠੀ ਪੜ੍ਹੀ ਹੈ, ਕਹਿ ਦਿੱਤਾ, ਵਜ਼ੀਰ, ਇਹਦਾ ਜਵਾਬ ਤੈਨੂੰ ਕੱਲ ਨੂੰ ਅੰਮ੍ਰਿਤ ਵੇਲੇ ਦੇਵਾਂਗੇ। ਸਾਰੀ ਰਾਤ ਉਹ ਪੱਤਰਕਾ ਦੇ ਉੱਤੇ ਵਿਚਾਰ ਹੁੰਦੀ ਰਹੀ। ਮਾਤਾ ਕ੍ਰਿਸ਼ਨ ਕੌਰ ਜੀ ਨਾਲ ਵਿਚਾਰਾਂ ਕੀਤੀਆਂ, ਸੰਗਤਾਂ ਦੀਆਂ ਰਹਿਆਂ ਲਈਆਂ ਨੇ। ਫਿਰ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਤਿਆਰ ਹੋ ਕੇ ਕੀਰਤਪੁਰ ਤੋਂ ਦਿੱਲੀ ਵੱਲ ਨੂੰ ਤੁਰਨ ਲੱਗੇ ਨੇ।
ਮਾਤਾ ਜੀ ਨਾਲ ਤੁਰੇ ਨੇ। ਬੇਅੰਤ ਸੰਗਤਾਂ ਦਾ ਕਾਫਲਾ ਜੱਥਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਤੁਰਿਆ। ਇੱਥੋਂ ਨੰਬਰਵਾਰ ਹੌਲੀ ਹੌਲੀ ਪੜਾਅ ਕਰਦਿਆਂ ਪੰਜੋਖਰੇ ਦੀ ਧਰਤੀ ਤੇ ਪਹੁੰਚੇ ਨੇ। ਇਹ ਪੰਜੋਖਰਾ ਨਗਰ ਵਿੱਚ ਜਦੋਂ ਸਤਿਗੁਰਾਂ ਨੇ ਜਾ ਕੇ ਪੜਾਅ ਕੀਤਾ, ਸੰਗਤਾਂ ਵਿੱਚ ਪਤਾ ਲੱਗਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਾਡੇ ਇਸ ਨਗਰ ਵਿੱਚ ਆਏ, ਸਾਡੇ ਧੰਨ ਭਾਗ ਨੇ। ਇਸੇ ਨਗਰ ਦੇ ਵਿੱਚ ਇੱਕ ਲਾਲ ਚੰਦ ਹੰਕਾਰੀ ਪੰਡਤ ਵਿਦਵਾਨ ਰਹਿੰਦਾ ਸੀ। ਇਹਦੇ ਮਨ ਵਿੱਚ ਵਿਦਿਆ ਦਾ ਬਹੁਤ ਭਾਰੀ ਗੁਮਾਨ ਹੰਕਾਰ ਸੀ। ਇਹਨੇ ਸੋਚਿਆ ਕਿ ਮੈਂ ਜਾ ਕੇ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਚਰਚਾ ਕਰਾਂਗਾ, ਚਰਚਾ ਦੇ ਵਿੱਚ ਹਰਾ ਦਿਆਂਗਾ ਸਤਿਗੁਰਾਂ ਨੂੰ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਸਿੱਖਾਂ ਨੂੰ ਪੁੱਛਦਾ ਹੈ ਇਹਨਾਂ ਸਤਿਗੁਰਾਂ ਦਾ ਨਾਮ ਕੀ ਹੈ? ਸਿੱਖ ਕਹਿੰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਕਹਿਣ ਲੱਗਿਆ ਉਮਰ ਬੜੀ ਛੋਟੀ ਹੈ, ਨਿੱਕੀ ਜੀ ਅਵਸਥਾ ਵਾਲੇ ਨੇ। ਇਹਨਾਂ ਨੇ ਨਾਮ ਤੇ ਆਪਣਾ ਕ੍ਰਿਸ਼ਨ ਜੀ ਦੇ ਨਾਲੋਂ ਵੀ ਵੱਡਾ ਹਰਿਕ੍ਰਿਸ਼ਨ ਰਖਾਇਆ ਹੈ। ਕੀ ਇਹ ਗੀਤਾ ਪੜ੍ਹ ਸਕਦੇ ਨੇ? ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਗੀਤਾ ਦੇ ਅਰਥ ਕਰ ਸਕਦੇ ਨੇ? ਜੇ ਗੀਤਾ ਪੜ੍ਹ ਕੇ ਅਰਥ ਕਰ ਦੇਣਗੇ ਤਾਂ ਇਹਨਾਂ ਨੂੰ ਪੂਰਨ ਗੁਰੂ ਮੰਨ ਲਵਾਂਗਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਲਾਲ ਚੰਦ ਹੰਕਾਰੀ ਪੰਡਤ ਆਇਆ ਹੈ, ਇਹ ਆਪ ਜੀ ਤੋਂ ਗੀਤਾ ਸੁਣਨੀ ਚਾਹੁੰਦਾ, ਗੀਤਾ ਦੇ ਅਰਥ ਸੁਣਨੇ ਚਾਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਲਾਲ ਚੰਦ ਪੰਡਤ ਜੀ, ਇਸ ਗੀਤਾ ਦੇ ਅਰਥ ਮੈਂ ਕੀ ਕਰਨੇ ਨੇ? ਕੋਈ ਨਗਰ ਦੇ ਵਿੱਚੋਂ ਵਿਅਕਤੀ ਨੂੰ ਪਕੜ ਕੇ ਲਿਆ, ਉਹਦੇ ਕੋਲੋਂ ਅਰਥ ਕਰਵਾ ਦਿੰਦੇ ਹਾਂ। ਜੇ ਸਤਿਗੁਰੂ ਪਾਤਸ਼ਾਹ ਆਪ ਅਰਥ ਕਰਕੇ ਸੁਣਾ ਦਿੰਦੇ ਤੇ ਲਾਲ ਚੰਦ ਨੇ ਸੋਚਣਾ ਸੀ ਕਿਸੇ ਵਿਦਵਾਨ ਕੋਲੋਂ ਗੀਤਾ ਪੜ੍ਹੀ ਹੋਵੇਗੀ, ਕਿਸੇ ਵਿਦਵਾਨ ਕੋਲੋਂ ਗੀਤਾ ਦੇ ਅਰਥ ਸਿੱਖੇ ਹੋਣਗੇ ਤਾਂ ਗੁਰੂ ਨੇ ਅਰਥ ਕਰ ਦਿੱਤੇ ਨੇ। ਜਦੋਂ ਨਗਰ ਦੇ ਵਿੱਚ ਗਿਆ ਤੇ ਛੱਜੂ ਨਾਮ ਦਾ ਵਿਅਕਤੀ ਕੰਨਾਂ ਤੋਂ ਬੋਲਾ ਸੀ, ਜਵਾਨ ਤੋਂ ਗੂੰਗਾ ਸੀ, ਬੁੱਧੀ ਕਰਕੇ ਮੰਦ ਬੁੱਧੀ ਵਾਲਾ ਇਹ ਬਹਿਰਾ ਵਿਅਕਤੀ ਜਿਹੜਾ ਪਕੜ ਲਿਆਂਦਾ, ਸਤਿਗੁਰਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਕਹਿਣ ਲੱਗੇ, ਸਤਿਗੁਰੂ ਜੀ ਆਹ ਵਿਅਕਤੀ ਲਿਆਂਦਾ ਹੈ ਤੁਹਾਡੇ ਕੋਲ, ਇਹਦੇ ਕੋਲੋਂ ਗੀਤਾ ਦੇ ਅਰਥ ਕਰਵਾਓ। ਸਤਿਗੁਰੂ ਪਾਤਸ਼ਾਹ ਨੇ ਕਿਹਾ ਸਿੱਖਾਂ ਨੂੰ, ਕਹਿੰਦੇ ਇਸ ਦਾ ਇਸ਼ਨਾਨ ਕਰਵਾਇਆ ਜਾਵੇ। ਛੱਜੂ ਦਾ ਇਸ਼ਨਾਨ ਕਰਵਾ ਕੇ ਉੱਚੀ ਚੌਂਕੀ ਤੇ ਸਤਿਗੁਰਾਂ ਨੇ ਕੋਲ ਬਿਠਾ ਲਿਆ ਤੇ ਜਦੋਂ ਚੌਂਕੜਾ ਮਾਰ ਕੇ ਬੈਠਾ, ਆਪਣੇ ਹੱਥ ਦੀ ਛਟੀ ਛੱਜੂ ਦੇ ਸਿਰ ਦੇ ਉੱਤੇ ਸਤਿਗੁਰਾਂ ਨੇ ਰੱਖ ਦਿੱਤੀ। ਉਸੇ ਵੇਲੇ ਬੋਲਣ ਦੀ ਤਾਕਤ ਜਵਾਨ ਵਿੱਚ ਆ ਗਈ। ਜਿਹੜਾ ਜਨਮ ਤੋਂ ਲੈ ਕੇ ਗੂੰਗਾ ਬੰਦਾ ਸੀ, ਗੁਰੂ ਦੀ ਛਟੀ ਦੇ ਨਾਲ ਜਵਾਨ ਵਿੱਚ ਤਾਕਤ ਆਈ, ਬੋਲਣ ਲੱਗ ਪਿਆ। ਤੇ ਸਤਿਗੁਰੂ ਪਾਤਸ਼ਾਹ ਨੂੰ ਪੁੱਛਦਾ, ਮਹਾਰਾਜ ਗੀਤਾ ਦੇ ਅਰਥ ਕਿਵੇਂ ਕਰਕੇ ਸੁਣਾਵਾਂ? ਸਤਿਗੁਰੂ ਜੀ ਕਹਿੰਦੇ, ਛੱਜੂ ਪਹਿਲਾਂ ਗੀਤਾ ਦੇ ਸ਼ਲੋਕਾਂ ਦਾ ਉਚਾਰਨ ਕਰ ਸੰਸਕ੍ਰਿਤ ਦੇ ਅੰਦਰ, ਤੇ ਉਸ ਤੋਂ ਬਾਅਦ ਕੱਲੇ ਕੱਲੇ ਸ਼ਲੋਕ ਦਾ ਅਰਥ ਕਰਕੇ ਇਹ ਲਾਲ ਚੰਦ ਬ੍ਰਾਹਮਣ ਨੂੰ ਸੁਣਾ ਦੇ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜਾ ਛੱਜੂ ਬਹਿਰਾ ਸੀ, ਸਾਧ ਸੰਗਤ ਮੰਦ ਬੁੱਧੀ ਵਾਲਾ ਸੀ, ਉਸੇ ਵੇਲੇ ਗੀਤਾ ਦੇ ਸ਼ਲੋਕ ਸੰਸਕ੍ਰਿਤ ਦੇ ਵਿੱਚ ਉਚਾਰਨ ਕਰਦਾ। ਕੱਲੇ ਕੱਲੇ ਸ਼ਲੋਕ ਦੇ ਕੱਲੇ ਕੱਲੇ ਅੱਖਰੀ ਅਰਥ ਕਰ ਕਰਕੇ ਇਹ ਸੁਣਾਈ ਜਾਂਦਾ। ਤੇ ਜਿਹੜਾ ਲਾਲ ਚੰਦ ਦੇ ਬ੍ਰਾਹਮਣ ਹੰਕਾਰੀ ਸੀ, ਇਹਦੇ ਮਨ ਦੇ ਵਿੱਚ ਜਿਹੜਾ ਗੁਮਾਨ ਹੰਕਾਰ ਵਸਿਆ ਸੀ, ਸਾਰਾ ਦੂਰ ਹੋ ਗਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਮੇਰੇ ਮਨ ਦੇ ਵਿੱਚ ਵਿਦਿਆ ਦਾ ਹੰਕਾਰ ਸੀ, ਮੈਂ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ ਸਮਝ ਨਹੀਂ ਸਕਿਆ, ਮੈਨੂੰ ਵੀ ਆਪਣੀ ਸਿੱਖੀ ਬਖਸ਼ੋ। ਫਿਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਅੰਮ੍ਰਿਤ ਲੈ ਕੇ ਇਹ ਲਾਲ ਚੰਦ ਬ੍ਰਾਹਮਣ ਵਿਦਵਾਨ ਪੰਡਤ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸੇਵਕ ਸਿੱਖ ਬਣਿਆ। ਇੱਥੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚਾਲੇ ਮਾਰੇ ਹਨ। ਰਾਜਾ ਜੈ ਸਿੰਘ ਸਵਾਈ ਜਿਹੜਾ ਸੀ, ਇਹਨੇ ਆਪਣੇ ਬੰਗਲੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਦਾ ਉਤਾਰਾ ਦਿੱਲੀ ਵਿੱਚ ਕਰਵਾਇਆ। ਉੱਥੇ ਔਰੰਗਜ਼ੇਬ ਨੂੰ ਖਬਰਾਂ ਪੁੱਜੀਆਂ ਹਨ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿੱਚ ਆ ਗਏ ਨੇ, ਮੇਰੇ ਕੋਲ ਆ ਕੇ ਦਰਸ਼ਨ ਦੇਣ, ਮੇਰੇ ਨਾਲ ਬਹੁਤ ਸਾਰੀਆਂ ਗਿਆਨ ਦੀਆਂ ਸਾਂਝਾਂ ਕਰਨ। ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਜੈ ਸਿੰਘ ਸਵਾਈ ਨੂੰ,
ਔਰੰਗਜ਼ੇਬ ਦੇ ਸਹਿਜਾਦੇ ਨੂੰ ਕਿ ਅਸੀਂ ਔਰੰਗਜ਼ੇਬ ਦੇ ਕਦੇ ਮੱਥੇ ਨਹੀਂ ਲੱਗਾਂਗੇ, ਨਾ ਉਹਨੂੰ ਦਰਸ਼ਨ ਦੇਵਾਂਗੇ ਤੇ ਨਾ ਉਹ ਸਾਡੇ ਦਰਸ਼ਨ ਕਰਨ ਦੀ ਖੇਚਲ ਕਰੇ। ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਤੇ ਫੁੱਲ ਚੜਾਵਾਂਗੇ। ਸਤਿਗੁਰੂ ਪਾਤਸ਼ਾਹ ਨੇ ਆਪਣਾ ਨਿਵਾਸ ਬੰਗਲਾ ਸਾਹਿਬ ਦੇ ਵਿੱਚ ਰੱਖਿਆ। ਰਾਜਾ ਜੈ ਸਿੰਘ ਸਵਾਈ ਦਾ ਇਹ ਬੰਗਲਾ ਸੀ, ਜਿੱਥੇ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹੈ। ਇੱਥੇ ਬੇਅੰਤ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਦਰਸ਼ਨ ਦੀਦਾਰੇ ਬਖਸ਼ਦੇ ਨੇ। ਇੱਕ ਦਿਨ ਜੈ ਸਿੰਘ ਸਵਾਈ ਰਾਜੇ ਦੀ ਪਤਨੀ ਜਿਹੜੀ ਪਟਰਾਣੀ ਸੀ, ਇਹਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਕੋਈ ਪਰਖ ਕਰ ਲਵਾਂ। ਛੋਟੀ ਜੀ ਅਵਸਥਾ 8 ਕੁ ਸਾਲ ਦੀ ਉਮਰ ਹੈ ਤੇ ਮੇਰੀ ਤਸੱਲੀ ਹੋ ਜਾਵੇਗੀ ਕਿ ਇਹਨਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਟਿਕੀ ਹੋਈ ਹੈ। ਇਹ ਗੁਰੂ ਨਾਨਕ ਦਾ ਰੂਪ ਨੇ। ਮਨ ਵਿੱਚ ਉਹਨੇ ਖਿਆਲ ਲਿਆ ਕਿ ਘਰ ਦੇ ਵਿੱਚ ਬੁਲਾ ਕੇ ਸਤਿਗੁਰੂ ਪਾਤਸ਼ਾਹ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਜਦੋਂ ਇਹ ਰਾਜਾ ਜੈ ਸਿੰਘ ਸਵਾਈ ਦੇ ਘਰ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪਹੁੰਚੇ ਨੇ, ਤਾਂ ਇਸ ਰਾਣੀ ਨੇ ਜਿਹੜੀਆਂ ਗੋਲੀਆਂ ਵਾਲੇ ਬਸਤਰ ਪਾ ਕਰਕੇ ਗੋਲੀਆਂ ਵਿੱਚ ਬੈਠ ਗਈ ਕਿ ਮੈਂ ਤਾਂ ਸਤਿਗੁਰਾਂ ਨੂੰ ਪੂਰਨ ਮੰਨਾਂਗੀ ਜੇ ਮੈਨੂੰ ਆ ਕੇ ਮੇਰਾ ਨਾਮ ਲੈ ਕੇ ਤੇ ਰਾਜੇ ਦੀ ਪਟਰਾਣੀ ਕਹਿ ਕੇ ਬੁਲਾਣਗੇ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੱਥ ਵਿੱਚ ਛਟੀ ਪਕੜੀ ਹੈ। ਸਾਰੀਆਂ ਗੋਲੀਆਂ ਦੇ ਸਿਰ ਦੇ ਉੱਤੇ ਛਟੀ ਲਾ ਲਾ ਕੇ ਸਤਿਗੁਰੂ ਜੀ ਇਸ ਰਾਣੀ ਦੇ ਕੋਲ ਜਾ ਕੇ ਖੜ ਗਏ ਤੇ ਕਹਿਣ ਲੱਗੇ, ਤੂੰ ਰਾਜੇ ਜੈ ਸਿੰਘ ਦੀ ਪਟਰਾਣੀ ਹੈ, ਗੋਲੀਆਂ ਵਾਲੇ ਬਸਤਰ ਪਾ ਕੇ ਕਿਉਂ ਗੋਲੀਆਂ ਵਿੱਚ ਬੈਠੀ ਹੈ? ਜਦੋਂ ਇਹਨਾਂ ਕਿਹਾ ਤੇ ਰਾਣੀ ਸਤਿਗੁਰਾਂ ਦੇ ਚਰਨਾਂ ਤੇ ਲਿਪਟ ਗਈ। ਮਨ ਦੀ ਤਸੱਲੀ ਹੋ ਗਈ। ਰਾਜਾ ਜੈ ਸਿੰਘ ਸਵਾਈ ਨੇ ਬਹੁਤ ਸਾਰੇ ਹੀਰੇ ਮੋਤੀਆਂ ਦੇ ਥਾਲ ਭਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤੇ। ਬੇਅੰਤ ਪ੍ਰਾਣੀਆਂ ਦਾ ਉਧਾਰ ਕਰਦਿਆਂ ਹੋਇਆਂ ਦਿੱਲੀ ਦੇ ਉਸ ਸ਼ਹਿਰ ਦੇ ਅੰਦਰ ਹੈਜੇ ਦੀ ਬਿਮਾਰੀ ਪਈ ਹੈ। ਕਿੰਨੇ ਸਾਰੇ ਪ੍ਰਾਣੀ ਜਿਹੜੇ ਮੌਤ ਦੇ ਮੂੰਹ ਪੈ ਗਏ। ਜਦੋਂ ਇੱਕ ਨੂੰ ਦਫਨਾ ਕੇ ਆਉਂਦੇ ਨੇ, ਸੰਸਕਾਰ ਕਰਕੇ ਆਉਂਦੇ, ਦੂਸਰਾ ਚੜ੍ਹਾਈ ਕਰ ਜਾਂਦਾ, ਘਰ ਵਾਪਸ ਆਉਂਦੇ ਤੀਜੇ ਦੀ ਤਿਆਰੀ ਹੋ ਜਾਂਦੀ। ਨਗਰ ਦੇ ਵਿੱਚ ਬਹੁਤ ਸਾਰਾ ਇਹ ਸ਼ਹਿਰ ਦੇ ਵਿੱਚ ਡਰ ਬੈਠ ਗਿਆ। ਫਿਰ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਨਾਨਕ ਦੀ ਜੋਤ ਰਾਜੇ ਜੈ ਸਿੰਘ ਸਵਾਈ ਦੇ ਬੰਗਲੇ ਵਿੱਚ ਆਏ ਹੋਏ ਨੇ, ਕਿਉਂ ਨਾ ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰੀਏ। ਜਦੋਂ ਕੋਈ ਐਸੇ ਰੋਗੀ ਸਤਿਗੁਰਾਂ ਦੇ ਕੋਲ ਆਉਂਦੇ ਨੇ ਤੇ ਆਪਣੇ ਚਰਨਾਂ ਦਾ ਅੰਮ੍ਰਿਤ ਦੇ ਕਰਕੇ ਸਤਿਗੁਰੂ ਹੈਜੇ ਦੇ ਰੋਗ ਤੋਂ ਰਾਹਤ ਦਿਵਾਉਂਦੇ ਨੇ। ਕਿੰਨਿਆਂ ਨੂੰ ਜਦੋਂ ਇਸ ਬਿਮਾਰੀ ਤੋਂ ਰਾਹਤ ਮਿਲੀ, ਫਿਰ ਸਤਿਗੁਰਾਂ ਦੇ ਦਰ ਦੇ ਉੱਤੇ ਕਤਾਰਾਂ ਲੱਗ ਗਈਆਂ। ਇੰਨੀਆਂ ਲੰਬੀਆਂ ਲਾਈਨਾਂ ਲੱਗੀਆਂ। ਫਿਰ ਸਤਿਗੁਰਾਂ ਨੇ ਕੀ ਕੀਤਾ, ਚਬੱਚੇ ਦੇ ਵਿੱਚ ਜਲ ਪਾ ਲਿਆ। ਉਸ ਚਬੱਚੇ ਦੇ ਵਿੱਚ ਆਪਣੇ ਚਰਨ ਰੱਖ ਦਿੱਤੇ। ਜਿਹੜਾ ਚਬੱਚੇ ਵਿੱਚੋਂ ਜਲ ਛਕਦਾ ਜਾਵੇਗਾ, ਹੈਜੇ ਦੀ ਬਿਮਾਰੀ ਉਹਦੀ ਟੁੱਟਦੀ ਜਾਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬੜੀ ਕੀਰਤੀ ਹੋਈ, ਬੜਾ ਜਸ, ਬੜੀ ਵਡਿਆਈ ਹੋਈ ਦਿੱਲੀ ਦੇ ਵਿੱਚ। ਤੇ ਔਰੰਗਜ਼ੇਬ ਸਤਿਗੁਰੂ ਦੀ ਵਡਿਆਈ ਨੂੰ ਸੁਣ ਕਰਕੇ ਪ੍ਰਸੰਨ ਵੀ ਹੁੰਦਾ ਤੇ ਦੂਸਰੇ ਪਾਸੇ ਰਾਮ ਰਾਏ ਬੜਾ ਈਰਖਾ ਨਾਲ ਭਰਿਆ ਪਿਆ। ਤੇ ਉਹਨੇ ਸੋਚਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਐਸੀ ਸਿੱਖੀ ਸੇਵਕੀ ਤੋਂ ਪ੍ਰਭਾਵਿਤ ਹੋ ਕਰਕੇ ਔਰੰਗਜ਼ੇਬ ਬਾਦਸ਼ਾਹ ਕਿਤੇ ਸਤਿਗੁਰਾਂ ਦਾ ਸੇਵਕ ਹੀ ਨਾ ਬਣ ਜਾਵੇ। ਪਰੰਤੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਮਨ ਵਿੱਚ ਨਾ ਤਾਂ ਔਰੰਗਜ਼ੇਬ ਨੂੰ ਮਿਲਣ ਦੀ ਕੋਈ ਲਾਲਸਾ ਹੈ, ਨਾ ਇੱਛਾ ਹੈ ਕਿ ਔਰੰਗਜ਼ੇਬ ਸਾਡੇ ਦਰਸ਼ਨ ਕਰਨ ਵਾਸਤੇ ਆਵੇ। ਸਤਿਗੁਰੂ ਤੇ ਪਰਮੇਸ਼ਰ ਰੂਪ ਹਨ। ਉਸ ਵੇਲੇ ਫਿਰ ਤਨ ਦੇ ਉੱਤੇ ਸੀਤਲਾ ਦਾ ਜਿਹੜਾ ਰੋਗ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਗਟ ਹੋਇਆ। ਬਹੁਤ ਗਹਿਰਾ ਜਿਹੜਾ ਸੀ ਰੋਗ ਸਰੀਰ ਦੇ ਉੱਤੇ ਜਦੋਂ ਹਾਵੀ ਹੋ ਗਿਆ, ਫਿਰ ਸਤਿਗੁਰੂ ਪਾਤਸ਼ਾਹ ਨੇ ਜਾਣਿਆ ਕਿ ਸੱਚਖੰਡ ਜਾਣ ਦੀਆਂ ਤਿਆਰੀਆਂ ਹਨ। ਜਮਨਾ ਦੇ ਕਿਨਾਰੇ ਸਤਿਗੁਰੂ ਪਾਤਸ਼ਾਹ ਜੀ ਗਏ ਹਨ ਤੇ ਉੱਥੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਆਪਣਾ ਪੰਜ ਭੌਤਿਕ ਸਰੀਰ ਤਿਆਗਣ ਦਾ ਸਮਾਂ ਨੇੜੇ ਜਾਣਿਆ ਤਾਂ ਸੰਗਤਾਂ ਨੇ ਕਿਹਾ ਸੀ, ਮਹਾਰਾਜ ਆਪ ਜੀ ਦੀ ਜੋਤ, ਤੁਹਾਡਾ ਸਵਰੂਪ ਅਸੀਂ ਕਿਸ ਦੇ ਵਿੱਚੋਂ ਤੱਕਾਂਗੇ? ਤਾਂ ਫਿਰ ਉੱਥੇ ਬਚਨ ਕਹੇ ਸੀ ਸਤਿਗੁਰਾਂ ਨੇ, ਬਾਬਾ ਬਸ ਹੈ
ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਇਸ਼ਾਰਾ ਕਰ ਦਿੱਤਾ ਬਾਬੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ ਦੀ ਧਰਤੀ ਤੇ ਵਸਦੇ ਨੇ, ਉਹਨਾਂ ਨੇ ਗੁਰੂ ਬਣ ਕੇ ਸੰਗਤ ਨੂੰ ਆਪੇ ਸਾਂਭ ਲੈਣਾ। ਇਹ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ ਤੇ ਉਸ ਵੇਲੇ 5 ਭੌਤਿਕ ਦੇਹੀ ਦਾ ਆਪਣਾ ਸਤਿਗੁਰਾਂ ਨੇ ਤਿਆਗ ਕੀਤਾ। 8 ਸਾਲ ਦੀ ਅਵਸਥਾ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜਿਹੜੇ ਚੋਜ ਕੀਤੇ, ਕਰਤੱਵ ਕੀਤੇ, ਜਿਹੜੇ ਅਵਤਾਰੀ ਜਿਹੜੇ ਪੁਰਸ਼ਾਂ ਦੇ ਕੋਲੋਂ ਕਈ ਲੰਬੇ ਦਹਾਕਿਆਂ ਦੀਆਂ ਉਮਰਾਂ ਵਾਲਿਆਂ ਤੋਂ ਨਹੀਂ ਹੋ ਸਕੇ। ਉਮਰਾਂ ਕਰਕੇ ਕੋਈ ਵੱਡਾ ਨਹੀਂ ਹੋਇਆ ਕਰਦਾ। ਕੋਹੇ ਨੂਰ ਦਾ ਹੀਰਾ ਬਹੁਤ ਛੋਟਾ ਹੈ, ਉਹਦੀ ਕੀਮਤ ਬੇਮਿਸਾਲ ਹੈ। 52 ਚੰਦਨ ਕੇਵਲ 52 ਉਂਗਲਾਂ ਦਾ ਹੋਇਆ ਕਰਦਾ, ਸਾਰੇ ਜੰਗਲਾਂ ਵਿੱਚ ਮਹਿਕਾਂ ਖਿਲਾਰ ਕੇ ਰੱਖ ਦਿੰਦਾ। ਇਸ ਲਈ ਉਮਰਾਂ ਕਰਕੇ ਨਹੀਂ ਹੈ। ਉਮਰ ਕਰਕੇ ਤੇ ਭਗਤ ਧਰੋਂ ਜੀ ਵਰਗਿਆਂ ਨੇ 5 ਸਾਲ ਦੀ ਅਵਸਥਾ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਭਗਤ ਪ੍ਰਹਿਲਾਦ ਸਾਹਿਬ ਜੀ ਨੇ ਬਾਲਕ ਅਵਸਥਾ ਵਿੱਚ ਪਰਮਾਤਮਾ ਦੇ ਦੀਦਾਰ ਪਾ ਕੇ ਗਿਆਨ ਦੀ ਪ੍ਰਾਪਤੀ ਕਰ ਲਈ। ਸਤਿਗੁਰੂ ਪਾਤਸ਼ਾਹ ਮਹਾਰਾਜ ਚਾਹੇ ਉਮਰਾਂ ਕਰਕੇ 8 ਸਾਲ ਉਹਨਾਂ ਨੇ ਮਾਤ ਲੋਕ ਦੇ ਵਿੱਚ ਬਸਰ ਕੀਤੇ, ਪਰੰਤੂ ਸਤਿਗੁਰੂ ਪਾਤਸ਼ਾਹ ਦੀ ਕਰਨੀ ਬੜੀ ਮਹਾਨ ਹੈ। ਇੱਕ ਤੇ ਸਤਿਗੁਰਾਂ ਨੇ ਪੂਰਨੇ ਪਾ ਦਿੱਤੇ ਕਿ ਗੁਰਸਿੱਖੋ, ਤੁਹਾਨੂੰ ਔਰੰਗਜ਼ੇਬ ਦੇ ਮਥਾਜ ਨਹੀਂ ਅਸੀਂ ਰੱਖਾਂਗੇ। ਮਲਾਪ ਨਹੀਂ ਕੀਤਾ ਔਰੰਗਜ਼ੇਬ ਦੇ ਨਾਲ। ਦੂਸਰੀ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਚੋਣ ਹੈ ਗੁਰੂ ਤੇਗ ਬਹਾਦਰ ਸਾਹਿਬ ਪੂਰੇ ਗੁਰੂ ਦੀ ਕਰਕੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਲੜ ਲਾ ਦਿੱਤਾ। ਇਹ 2 ਬਹੁਤ ਵੱਡੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਰਜ ਕੀਤੇ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਇਹ ਖਬਰਾਂ ਰਾਮ ਰਾਏ ਨੂੰ ਮਿਲੀਆਂ। ਔਰੰਗਜ਼ੇਬ ਦੇ ਕੰਨਾਂ ਵਿੱਚ ਖਬਰਾਂ ਪਈਆਂ ਨੇ ਕਿ ਮੈਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਰਸ਼ਨ ਕਰਨ ਵਾਸਤੇ ਬੁਲਾਇਆ ਸੀ, ਉਹ ਮੇਰੀ ਇੱਛਾ ਪੂਰੀ ਨਹੀਂ ਹੋ ਸਕੀ। ਹੁਣ ਜਾ ਕੇ ਸਤਿਗੁਰਾਂ ਦੀ ਦੇਹੀ ਦੇ ਅੰਤਮ ਦਰਸ਼ਨ ਹੀ ਕਰ ਲਵਾਂ। ਜਦੋਂ ਸਾਧ ਸੰਗਤ ਔਰੰਗਜ਼ੇਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਅੰਤਲੇ ਸਮੇਂ ਦੇਹੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਾ ਹੈ, ਸਤਿਗੁਰੂ ਪਾਤਸ਼ਾਹ ਦੇ ਤਨ ਦੇ ਉੱਪਰੋਂ ਚਿੱਟਾ ਚਾਦਰਾ ਲਾ ਕੇ ਦਰਸ਼ਨ ਕਰਨ ਲੱਗਦਾ। ਉਸ ਵੇਲੇ ਇੰਜ ਲੱਗਦਾ ਵੀ ਧਰਤੀ ਫਟ ਗਈ ਹੈ। ਇੰਨੀ ਡੂੰਘੀ ਤਰੇੜ ਪੈ ਗਈ ਧਰਤੀ ਦੇ ਅੰਦਰ, ਮੈਂ ਤਰੇੜ ਦੇ ਵਿੱਚ ਜਾ ਡਿੱਗਿਆ। ਪੁਆਟਣੀ ਖਾ ਕੇ ਮਗਰਲੇ ਪਾਸੇ ਨੂੰ ਮੂਧੇ ਮੂੰਹ ਜਾ ਡਿੱਗਿਆ। ਅੰਤਲੇ ਸਮੇਂ ਵੀ ਗੁਰੂ ਤੇਗ ਬਹਾਦਰ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਜਿਹੜਾ ਸੀ ਔਰੰਗਜ਼ੇਬ ਨਹੀਂ ਕਰ ਸਕਿਆ। ਸੂਰਬੀਰ ਬਚਨ ਕੇ ਬਲੀ ਹੋਇਆ ਕਰਦੇ ਨੇ। ਬਚਨ ਕੀਤੇ ਸੀ ਸਤਿਗੁਰਾਂ ਨੇ, ਨਾ ਦਰਸ਼ਨ ਦੇਵਾਂਗੇ, ਨਾ ਔਰੰਗਜ਼ੇਬ ਦੇ ਦਰਸ਼ਨ ਕੋਈ ਇਸ ਤਰ੍ਹਾਂ ਕਰਨ ਦੀ ਇੱਛਾ ਰੱਖਾਂਗੇ, ਕਦੇ ਕੋਈ ਉਹਦੇ ਨਾਲ ਮਿਲਾਪ ਨਹੀਂ ਕਰਾਂਗੇ। ਉਹ ਬਚਨਾਂ ਨੂੰ ਪੂਰਨ ਕਰਦਿਆਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 5 ਭੌਤਿਕ ਦੇਹੀ ਦਾ ਤਿਆਗ ਦਿੱਲੀ ਵਿੱਚ ਸਤਿਗੁਰਾਂ ਨੇ ਕੀਤਾ। ਐਸੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਸੰਗਤਾਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾ ਰਹੀਆਂ ਹਨ। ਸਮੁੱਚੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਗੁਰਬਾਣੀ ਦਾ ਜੋ ਸ਼ਬਦ ਸਤਿਗੁਰਾਂ ਜੀ ਨੇ ਸਾਨੂੰ ਬਖਸ਼ਿਆ ਹੈ, ਹੁਕਮਨਾਮੇ ਦੀ ਰਲ ਮਿਲ ਕਰਕੇ ਵਿਚਾਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ। ਸੋਰਠ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਨਾਲ ਸਤਿਗੁਰੂ ਜੀ ਨੇ ਲਿਖਿਆ ਘਰ ਪਹਿਲਾ। ਜਿਸ ਵੇਲੇ ਸੰਗੀਤ ਦੀ ਨਿਜਮਾਵਲੀ ਅਨੁਸਾਰ ਇਹ ਸ਼ਬਦ ਦਾ ਗਾਇਨ ਹੋਵੇਗਾ ਤਾਂ ਜੋੜੀ ਦੇ ਪਹਿਲੇ ਘਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਉਚਾਰਨ ਹੋਵੇਗਾ।
ਅੱਗੇ ਵਸਤੂ ਨਿਰਦੇਸ਼ ਸਤਿਗੁਰੂ ਜੀ ਮੰਗਲ ਕਰਦੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਸਜਾਤੀ ਬਜਾਤੀ ਸਵੈਗਤ ਤਿੰਨੇ ਭੇਦਾਂ ਤੋਂ ਰਹਿਤ ਹੈ। ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਓੰਕਾਰ ਉਚਾਰਨ ਮਾਤਰ ਸਾਰੇ ਜੀਵਾਂ ਦੀ ਰਾਖੀ ਕਰਦਾ। ਸਤ ਨਾਸ ਤੋਂ ਰਹਿਤ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ। ਸੇਵਕ ਸੇਵ ਕਰਹਿ ਸਭ ਤੇਰੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਹੈ। ਮਹਾਰਾਜ ਜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਸੇਵਾ ਜਿਹੜੀ ਭਗਤੀ ਹੈ ਅਤੇ ਪੂਰੇ ਸਤਿਗੁਰੂ ਦੀ ਜਿਹੜੀ ਸੇਵਾ ਤਨ ਕਰਕੇ ਮਨ ਕਰਕੇ ਧਨ ਕਰਕੇ ਹੈ, ਇਹ ਕਿਵੇਂ ਪ੍ਰਾਪਤ ਹੁੰਦੀ ਤੇ ਸੇਵਾ ਕੌਣ ਕਰ ਸਕਦਾ ਹੈ? ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਪਾਵਨ ਇਹ ਸ਼ਬਦ ਉਚਾਰਨ ਕੀਤਾ, ਸੇਵਕ ਸੇਵ ਕਰਹਿ ਸਭ ਤੇਰੀ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਸਾਰੇ ਹੀ ਸੇਵਕ ਬਣ ਕਰਕੇ, ਸੇਵਕ ਉਹ ਹੈ ਜਿਹਦੇ ਅੰਦਰ ਨਿਰਮਾਣਤਾ ਆ ਜਾਵੇ, ਹਉਮੈ ਦਾ ਅਭਾਵ ਹੋ ਜਾਵੇ, ਹੰਕਾਰ ਦੀ ਨਿਵਰਤੀ ਹੋ ਜਾਵੇ, ਨਿਮਰਤਾ ਦੇ ਤਲੇ ਤੇ ਟਿਕ ਜਾਵੇ। ਉਹੀ ਐਸਾ ਸੇਵਕ ਜਿਹੜਾ ਹੈ ਦਾਸਾ ਭਾਵ ਧਾਰਨ ਕਰਕੇ ਆਪ ਜੀ ਦੀ ਸੇਵਾ ਨੂੰ ਕਰਨੀ ਕਰਦਾ ਹੈ। ਜਿਨ ਸ਼ਬਦ ਸਾਧ ਆਇਆ। ਜਿਸ ਨੇ ਗੁਰੂ ਸਾਹਿਬ ਦੀ ਰਸਨਾ ਤੋਂ ਬੈਠ ਕਰਕੇ ਸ਼ਬਦ ਉਪਦੇਸ਼ ਸੁਣਨਾ ਕੀਤਾ ਤੇ ਫਿਰ ਸ਼ਬਦ ਦੀ ਉਪਦੇਸ਼ ਦੀ ਕਮਾਈ ਕੀਤੀ ਹੈ। ਜਦੋਂ ਉਪਦੇਸ਼ ਨੂੰ ਕੋਈ ਸੁਣਦਾ ਹੈ ਫਿਰ ਕਮਾਈ ਕਰਦਾ, ਫਿਰ ਉਹਨੂੰ ਸਾਧ ਬ੍ਰਹਮਾਨੰਦ ਦਾ ਸਵਾਦ ਰਸ ਆਉਂਦਾ ਹੈ। ਜਦੋਂ ਬ੍ਰਹਮਾਨੰਦ ਦਾ ਰਸ ਬਣ ਗਿਆ ਤੇ ਫਿਰ ਸਾਰੇ ਪਾਸੇ ਪ੍ਰਮਾਤਮਾ ਦਾ ਰੂਪ ਹੀ ਦਿਸਣ ਲੱਗ ਜਾਂਦਾ। ਫਿਰ ਉਹ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੀਆਂ ਸੰਗਤਾਂ ਦੀ ਗੁਰੂ ਰੂਪ ਜਾਣ ਕੇ ਸੇਵਾ ਕਰਨ ਲੱਗ ਜਾਂਦਾ। ਪਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਸਮਝ ਕਰਕੇ ਤੇ ਸਾਰਿਆਂ ਦੀ ਸੇਵਾ ਵਿੱਚ ਲੱਗ ਜਾਂਦਾ। ਸਭ ਤਰ੍ਹਾਂ ਦੀ ਉਹ ਸੇਵਕ ਸੇਵਾ ਕਰਦਾ ਹੈ ਨਿਮਰਤਾ ਵਿੱਚ। ਜਿਹਨੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਕਮਾ ਲਿਆ ਬ੍ਰਹਮਾਨੰਦ ਦਾ ਸਵਾਦ ਰਸ ਜਿਸ ਨੂੰ ਆ ਬਣਿਆ ਹੈ। ਗੁਰ ਕਿਰਪਾ ਤੇ ਨਿਰਮਲ ਹੋਆ। ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੈ, ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਹੋ ਜਾਂਦੀ ਗੁਰਮੁਖ ਦੇ ਉੱਪਰ। ਫਿਰ ਉਹ ਗੁਰੂ ਪਿਆਰੇ ਦਾ ਮਨ ਨਿਰਮਲ ਕਹੀਏ ਉਜਲਾ ਹੋ ਜਾਂਦਾ। ਸਾਰੀਆਂ ਮਨ ਦੀਆਂ ਮੈਲਾਂ ਉਹਦੀਆਂ ਲੱਥ ਜਾਂਦੀਆਂ, ਮਨ ਪਵਿੱਤਰ ਬਣ ਜਾਂਦਾ ਹੈ। ਜਿਨ ਵਿੱਚੋਂ ਆਪ ਗਵਾਇਆ। ਜਿਸ ਗੁਰੂ ਦੇ ਪਿਆਰੇ ਨੇ ਆਪਣੇ ਵਿੱਚੋਂ ਆਪਾ ਭਾਵ ਹਉਮੈ ਤੇ ਹੰਕਾਰ ਗਵਾ ਦਿੱਤੇ, ਦੂਰ ਕਰ ਦਿੱਤੇ ਹਨ। ਅਨ ਦਿਨ ਗੁਣ ਗਾਵਹਿ ਨਿਤ ਸਾਚੇ। ਜਿਹੜੇ ਗੁਰੂ ਦੇ ਪਿਆਰੇ ਨਿਤ ਹਮੇਸ਼ਾ ਵਾਸਤੇ ਸਦੀਵ ਕਾਲ ਇੱਕ ਰਸ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ, ਸੱਚੇ ਪਰਮਾਤਮਾ ਦੇ। ਗੁਰ ਕੈ ਸ਼ਬਦ ਸੁਹਾਇਆ। ਉਹਨਾਂ ਦੇ ਅੰਦਰ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਉਪਦੇਸ਼ ਟਿਕ ਜਾਂਦਾ ਹਿਰਦੇ ਵਿੱਚ, ਫਿਰ ਉਹ ਗੁਰਮੁਖਾਂ ਦਾ ਜੀਵਨ ਸੁਹਾਇਆ ਸੋਭਨੀਕ ਬਣ ਜਾਂਦਾ ਹੈ। ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ। ਬੇਨਤੀ ਕਰਨੀ ਹੈ ਪਰਮਾਤਮਾ ਦੇ ਚਰਨਾਂ ਵਿੱਚ, ਹੇ ਅਕਾਲ ਪੁਰਖ ਪਰਮਾਤਮਾ ਮੇਰੇ ਠਾਕੁਰ ਕਹੀਏ ਮਾਲਕ ਪਰਮੇਸ਼ਰ ਜੀ, ਹਮ ਬਾਰਕ ਸ਼ਰਨ ਤੁਮਾਰੀ। ਅਸੀਂ ਬਾਰਕ ਬੱਚੇ ਹਾਂ, ਆਪ ਜੀ ਦੇ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਪੈ ਗਏ ਹਾਂ। ਏਕੋ ਸੱਚਾ ਸੱਚ ਤੂੰ। ਇੱਕੋ ਇੱਕ ਪਰਮਾਤਮਾ ਵਾਹਿਗੁਰੂ ਤੁਸੀਂ ਆਪ ਹੀ ਸੱਚੇ ਹੋ। ਕੇਵਲ ਆਪ ਮੁਰਾਰੀ। ਮੁਰਾਰੀ ਦਾ ਅਰਥ ਹੈ ਜਿਹੜਾ ਮੋਹ ਰੂਪੀ ਦੈਂਤ ਦਾ ਅਰੀ ਦੁਸ਼ਮਣ ਹੈ। ਪਰਮਾਤਮਾ ਮੋਹ ਨੂੰ ਖਤਮ ਕਰ ਦਿੰਦਾ।
ਹੇ ਮੁਰਾਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੁਸੀਂ ਪਿਛਲੇ ਜਿਹੜਾ ਸਮਾਂ ਭੂਤ ਕਾਲ ਗੁਜ਼ਰ ਚੁੱਕਿਆ ਉਹਦੇ ਵਿੱਚ ਵੀ ਆਪ ਹੀ ਸੱਚੇ ਸੀ। ਅੱਜ ਦਾ ਵਰਤਮਾਨ ਜਿਹੜਾ ਸਮਾਂ ਚੱਲਦਾ ਹੈ ਇਹਦੇ ਵਿੱਚ ਵੀ ਆਪ ਸੱਚੇ ਹੋ। ਆਉਣ ਵਾਲਾ ਜਿਹੜਾ ਭਵਿੱਖਤ ਸਮਾਂ ਉਹਦੇ ਵਿੱਚ ਵੀ ਸੱਚੇ ਹੋਵੋਗੇ। ਤਿੰਨਾਂ ਸਮਿਆਂ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਇੱਕ ਪਰਮਾਤਮਾ, ਤੁਸੀਂ ਆਪ ਹੀ ਸੱਚ ਰੂਪ ਹੋ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ। ਜਾਗਤ ਰਹੇ ਤਿਨੀ ਪ੍ਰਭ ਪਾਇਆ। ਜਿਹੜੇ ਗੁਰੂ ਦੇ ਪਿਆਰੇ, ਜਾਗਤ ਦਾ ਅਰਥ ਹੈ ਗਿਆਨ ਦੀ ਜਾਗਰਤ ਅਵਸਥਾ ਦੇ ਅੰਦਰ ਜਾਗਣਾ ਕੀਤੇ ਨੇ, ਉਹਨਾਂ ਗਿਆਨਵਾਨਾਂ ਸੱਜਣਾ ਨੇ ਪਰਮਾਤਮਾ ਨੂੰ ਪਾਇਆ, ਪ੍ਰਾਪਤ ਕਰ ਲਿਆ। ਸ਼ਬਦੇ ਹਉ ਮੈਂ ਮਾਰੀ। ਗਿਆਨ ਦੀ ਜਾਗਰਤ ਅਵਸਥਾ ਦੇ ਅੰਦਰ ਜਾਗਿਆ ਕਿਵੇਂ ਜਾਂਦਾ? ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਤੇ ਕਮਾਈ ਕਰਨ ਦੇ ਨਾਲ ਅੰਦਰੋਂ ਹਉਮੈ ਮਾਰੀ ਖਤਮ ਕਰ ਲਈ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਦਾ ਅਤੇ ਨਾਮ ਦਾ ਆਪਸ ਵਿੱਚ ਬੜਾ ਭਾਰੀ ਵਿਰੋਧ ਹੈ, ਤੇ ਜਦੋਂ ਕੋਈ ਨਾਮ ਦੀ ਕਮਾਈ ਕਰਦਾ ਤੇ ਹਉਮੈ ਨੂੰ ਮਾਰ ਦਿੰਦਾ। ਫਿਰ ਗਿਆਨ ਦੀ ਜਾਗਰਤ ਅਵਸਥਾ ਵਿੱਚ ਜਾਗਿਆ ਜਾਂਦਾ। ਉਹ ਜਾਗੇ ਹੋਏ ਗੁਰੂ ਦੇ ਪਿਆਰੇ ਪਰਮਾਤਮਾ ਨੂੰ ਪਾ ਲੈਂਦੇ ਹਨ। ਗਿਰਹੀ ਮਹਿ ਸਦਾ ਹਰ ਜਨ ਉਦਾਸੀ। ਜਿਹੜੇ ਹਰੀ ਪਰਮਾਤਮਾ ਦੇ ਜਨ ਪਿਆਰੇ ਸੇਵਕ ਗੁਰਸਿੱਖ ਨੇ, ਉਹ ਗਿਰਹੀ ਕਈਏ ਗ੍ਰਸਤ ਦੇ ਅੰਦਰ ਰਹਿੰਦਿਆਂ ਹੋਇਆਂ, ਘਰ-ਵਾਰ ਦੇ ਵਿੱਚ, ਪਰਿਵਾਰ ਦੇ ਵਿੱਚ ਰਹਿੰਦਿਆਂ ਮਨ ਕਰਕੇ ਸਦਾ ਉਦਾਸ ਰਹਿੰਦੇ, ਨਿਰਲੇਪ ਰਹਿੰਦੇ ਹਨ। ਗਿਆਨ ਤਤ ਵਿਚਾਰੀ। ਕਿਉਂਕਿ ਉਹਨਾਂ ਨੇ ਤਤ ਅਕਾਲ ਪੁਰਖ ਪਰਮਾਤਮਾ ਜਿਹੜਾ ਸਿਧਾਂਤ ਰੂਪ ਹੈ ਉਸ ਦੇ ਗਿਆਨ ਦੀ ਵਿਚਾਰ ਕੀਤੀ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ। ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੀ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾ ਕਰਨਾ ਕੀਤੀ ਹੈ, ਉਹਨਾਂ ਨੇ ਭਾਈ ਸਦੀਵ ਸੁਖ ਨੂੰ ਪਾਇਆ, ਪ੍ਰਾਪਤ ਕਰ ਲਿਆ। ਸਤਿਗੁਰੂ ਦੀ ਸੇਵ ਕੀ ਹੈ? ਜਿਨ੍ਹਾਂ ਨੇ ਗੁਰੂ ਵਾਲੇ ਬਣ ਕਰਕੇ ਸੇਵ ਭਗਤੀ ਕਰਨਾ ਕੀਤੀ, ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤਾਂ ਨੇ ਸਦੀਵ ਸੁਖ ਪਾ ਲਿਆ। ਹਰ ਰਾਖਿਆ ਉਰ ਧਾਰੀ। ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਨੂੰ ਆਪਣੇ ਔਰ ਹਿਰਦੇ ਦੇ ਅੰਦਰ ਧਾਰੀ, ਧਾਰਨ ਕਰਕੇ ਵਸਾ ਕੇ ਰੱਖ ਲਿਆ ਹੈ। ਇਹੋ ਮਨੁਆ ਦਹਿ ਦਿਸ ਧਾਵਦਾ। ਦੂਜੇ ਪਾਸੇ ਸਾਡੇ ਵਰਗੇ ਮਨਮੁਖਾਂ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਨੇ। ਮਨਮੁਖਾਂ ਦੀ ਅੰਦਰਲੀ ਅਵਸਥਾ ਕੀ ਹੈ? ਇਹੋ ਮਨੁਆ ਦਹਿ ਦਿਸ ਧਾਵਦਾ। ਇਹ ਜਿਹੜਾ ਮਨੁਆ ਮਨ ਹੈ, ਜੀਵਾਂ ਦਾ ਸੰਕਲਪਾਂ ਵਿਕਲਪਾਂ ਦੀ ਪੰਡ ਜਿਸ ਨੂੰ ਕਿਹਾ ਜਾਂਦਾ, ਇਹ ਮਨ ਮੁਖਾਂ ਦਾ ਦਸੋ ਦਿਸ਼ਾਂ ਵਿੱਚ ਹੀ ਧਾਵਦਾ, ਕਹੀਏ ਦੌੜਿਆ ਫਿਰਦਾ ਹੈ। ਕਦੇ ਕਿਸੇ ਪਾਸੇ ਨੂੰ ਦੌੜਦਾ, ਕਦੇ ਕਿਸੇ ਪਾਸੇ ਮਨ ਮੁਖਾਂ ਦਾ ਮਨ ਦੌੜਦਾ ਹੈ। ਦੂਜੇ ਭਾਏ ਖੁਆਇਆ। ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਛੱਡ ਕਰਕੇ, ਪਰਮਾਤਮਾ ਵਾਹਿਗੁਰੂ ਦੀ ਭਗਤੀ ਛੱਡ ਕੇ, ਸੇਵਾ ਤੇ ਸਿਮਰਨ ਦਾ ਤਿਆਗ ਕਰਕੇ ਦੂਜੇ ਭਾਏ ਦਵੈਤ ਭਾਵ ਦੇ ਵਿੱਚ ਮਨ ਲੱਗ ਗਿਆ। ਖੁਆਇਆ ਦਾ ਅਰਥ ਫਿਰ ਉਹ ਖਰਾਬ ਹੋਣਾ ਕਰਦਾ ਹੈ। ਮਨ ਮੁਖ ਮੁਗਦ ਹਰ ਨਾਮ ਨਾ ਚੇਤੈ। ਜਿਹੜਾ ਮਨ ਦੀ ਸਿੱਖਿਆ ਨੂੰ ਮੁੱਖ ਰੱਖਣ ਵਾਲਾ ਮਨਮੁਖ ਬੰਦਾ ਹੈ ਤੇ ਉਹ ਸਾਧ ਸੰਗਤ ਜੀ ਮੁਗਧ ਮੂਰਖ ਹੈ, ਜਾਂ ਮਨਮੁਖ ਹੈ ਜਿਹਨੂੰ ਸ਼ਾਸਤਰ ਦਾ ਕੋਈ ਗ੍ਰੰਥਾਂ ਦਾ ਗਿਆਨ ਨਹੀਂ ਹੈ। ਜੀਵ ਈਸ਼ ਦੀ ਏਕਤਾ ਕਰਵਾਉਣ ਵਾਲਾ ਜਿਹਨੂੰ ਗਿਆਨ ਨਾ ਹੋਵੇ ਉਹਨੂੰ ਮਨਮੁਖ ਕਿਹਾ ਜਾਂਦਾ। ਤੇ ਮੁਗਧ ਹੁੰਦਾ ਸਾਧ ਸੰਗਤ ਜੀ ਜਿਸ ਨੂੰ ਪਰਮਾਰਥ ਦੀ ਕੋਈ ਸੂਝ ਨਾ ਹੋਵੇ। ਜੋ ਕੁਝ ਹੈ ਇੱਥੇ ਹੀ ਹੈ, ਖਾਣਾ ਪੀਣਾ ਇਹਦੇ ਨਾਲ ਹੀ ਜ਼ਿੰਦਗੀ ਖਤਮ ਹੈ, ਇੰਨਾ ਕੁਝ ਕਹਿਣ ਵਾਲੇ ਨੂੰ ਮੁਗਧ ਮੂਰਖ ਕਿਹਾ ਜਾਂਦਾ। ਮਨਮੁਖ ਸ਼ਾਸਤਰ ਤੋਂ ਹੀਣਾ ਹੈ, ਮੁਗਧ ਪਰਮਾਰਥ ਤੋਂ ਹੀਣਾ ਹੈ। ਹਰ ਨਾਮ ਨਾ ਚੇਤੈ।
ਫਿਰ ਉਹ ਭਾਈ ਕਦੇ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ। ਬਿਰਥਾ ਜਨਮ ਗਵਾਇਆ। ਜਿਹੜਾ ਮਨੁੱਖਾ ਜਨਮ ਹੀਰੇ ਵਰਗਾ ਪਰਮਾਤਮਾ ਨੇ ਦਿੱਤਾ ਸੀ, ਉਹਨੇ ਇਸ ਪ੍ਰਕਾਰ ਕੌਡੀਆਂ ਦੇ ਭਾਣੇ ਇਸ ਨੂੰ ਗਵਾ ਦਿੱਤਾ, ਨਿਸਫਲ ਹੀ ਗਵਾ ਦਿੱਤਾ ਹੈ। ਸਤਿਗੁਰ ਭੇਟੇ ਤਾ ਨਾਉ ਪਾਏ। ਜਦੋਂ ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ ਵਰਗੇ ਗੁਰੂ ਸਤਿਗੁਰੂ ਮਿਲ ਜਾਂਦੇ ਨੇ ਤਾਂ ਫਿਰ ਨਾਮ ਦੀ ਪਾਏ ਪ੍ਰਾਪਤੀ ਹੁੰਦੀ ਹੈ। ਪੂਰੇ ਗੁਰੂ ਦੇ ਕੋਲੋਂ ਨਾਮ ਦੀ ਪ੍ਰਾਪਤੀ ਕਰੀਦੀ ਹੈ। ਹਉ ਮੈਂ ਮੋਹ ਚੁਕਾਇਆ। ਜਿਹੜੀ ਅੰਦਰ ਹਉਮੈ ਹੈ ਜੀਵ ਦੇ, ਆਪਣੇ ਗੁਣਾਂ ਦੀ, ਆਪਣੀ ਜਾਤੀ ਦੀ, ਸੁੰਦਰ ਰੂਪ ਦੀ, ਕੋਈ ਵਿਦਿਆ ਦੀ ਹਉਮੈ ਚੁੱਕੀ ਫਿਰਦਾ ਤੇ ਮੋਹ ਆਪਣੇ ਪਰਿਵਾਰਾਂ ਦਾ ਹੈ, ਇਹ ਸਾਰਾ ਹੀ ਗੁਰੂ ਦੇ ਨਾਲ ਮਿਲਣ ਕਰਕੇ, ਨਾਮ ਦੀ ਪ੍ਰਾਪਤੀ ਕਰਕੇ ਚੁੱਕਿਆ ਜਾਂਦਾ। ਹਰ ਜਨ ਸਾਚੇ ਸਾਚ ਕਮਾਵਹਿ। ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਦੇ ਜਨ ਪਿਆਰੇ ਹਨ, ਉਹ ਭਾਈ ਸੱਚੇ ਹਨ। ਸੱਚੇ ਕਿਉਂ ਨੇ? ਸਾਚ ਕਮਾਵੇ, ਸੱਚੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਹਨ। ਗੁਰ ਕੈ ਸ਼ਬਦ ਵਿਚਾਰੀ। ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਲੈ ਕਰਕੇ ਫਿਰ ਗੁਰਮੁਖਾਂ ਦੇ ਨਾਲ ਬੈਠ ਕੇ ਗੁਰੂ ਦੀ ਸੰਗਤ ਵਿੱਚ ਸ਼ਬਦ ਦੀ ਵਿਚਾਰ ਕਰਦੇ ਹਨ। ਆਪੇ ਮੇਲ ਲਏ ਪ੍ਰਭ ਸਾਚੈ। ਐਸੇ ਗੁਰੂ ਦੇ ਪਿਆਰਿਆਂ ਨੂੰ ਸੱਚੇ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਸਰੂਪ ਦੇ ਨਾਲ ਆਪ ਹੀ ਮਿਲਾਉਣਾ ਕੀਤਾ ਹੈ। ਸਾਚ ਰੱਖਿਆ ਉਰ ਧਾਰੀ। ਉਹਨਾਂ ਨੂੰ ਪਰਮਾਤਮਾ ਮਿਲਾਉਂਦਾ ਹੈ ਸਰੂਪ ਦੇ ਵਿੱਚ, ਜਿਨ੍ਹਾਂ ਨੇ ਆਪਣੇ ਉਰ ਹਿਰਦੇ ਅੰਦਰ ਸੱਚੇ ਨਾਮ ਨੂੰ ਧਾਰਨ ਕਰਕੇ ਰੱਖਿਆ, ਵਸਾ ਲਿਆ। ਨਾਨਕ ਨਾਵਹੁ ਗਤ ਮਤ ਪਾਈ। ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਗਤ ਪ੍ਰਾਪਤੀ ਦੀ ਮਤ, ਜਿਹੜੀ ਐਸੀ ਆਤਮ ਵਿਸ਼ੈਣੀ ਬੁੱਧੀ ਹੈ, ਇਹ ਪਾਈ ਪ੍ਰਾਪਤ ਕਰੀ ਦੀ, ਪਾ ਲਈ ਦੀ ਹੈ। ਏਹਾ ਰਾਸ ਹਮਾਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਇਹੀ ਸਾਡੀ ਰਾਸ ਜਿਹੜੀ ਪੂੰਜੀ ਹੈ ਕਿ ਪੂਰੇ ਗੁਰੂ ਦੇ ਕੋਲੋਂ ਆਤਮ ਵਿਸ਼ੈਣੀ ਮਤ ਬੁੱਧ ਪਾ ਲਈ, ਸ਼ਬਦ ਦੀ ਕਮਾਈ ਕਰਕੇ ਇਹੀ ਸਾਡੀ ਰਾਸ ਹੈ, ਇਹੀ ਸਾਡੀ ਪੂੰਜੀ ਹੈ, ਇਹੀ ਸਾਡੀ ਦੌਲਤ ਹੈ। ਇਸ ਲਈ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਇੱਕ ਪੌੜੀ ਦੀ ਰਲ ਮਿਲ ਕਰਕੇ ਆਪਾਂ ਵਿਚਾਰ ਕਰ ਲਈਏ ਜੀ। ਜੁਗ ਜੁਗ ਥਾਪ ਸਦਾ ਨਿਰਵੈਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਓੰਕਾਰ ਸਾਹਿਬ ਪਾਵਨ ਇਸ ਬਾਣੀ ਦੇ ਅੰਦਰ ਉਸ ਪੰਡਤ ਦੇ ਪਰਥਾਏ ਇਹ ਸ਼ਬਦ ਉਚਾਰਨ ਕਰਦੇ ਹਨ। ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦਾ ਜ਼ਿਕਰ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੁਗ ਜੁਗ ਥਾਪ ਸਦਾ ਨਿਰਵੈਰ। ਯੁਗ ਦਾ ਅਰਥ ਹੈ ਚਾਰ ਯੁਗ, ਜਿਹੜੇ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹ ਜਿਹੜੇ ਐਸੇ ਚਾਰ ਯੁਗ ਨੇ, ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਥਾਪੇ ਥਾਪਣਾ ਕੀਤੇ, ਬਣਾਉਣਾ ਕੀਤੇ ਨੇ। ਚਾਰੇ ਯੁੱਗਾਂ ਨੂੰ ਬਣਾ ਕੇ ਫਿਰ ਸਦਾ ਨਿਰਵੈਰ ਪਰਮਾਤਮਾ ਆਪ ਵੈਰ ਤੋਂ ਰਹਿਤ ਹੈ। ਯੁੱਗਾਂ ਦੇ ਅੰਦਰ ਜਿਹੜੇ ਜੀਵ ਪੈਦਾ ਕੀਤੇ, ਜੀਵਾਂ ਦੇ ਅੰਦਰ ਤੇ ਵੈਰ ਭਾਵ ਬਣ ਜਾਂਦਾ, ਪਰੰਤੂ ਪਰਮਾਤਮਾ ਨਹੀਂ ਕਿਸੇ ਨਾਲ ਵੈਰ ਕਰਦਾ। ਨਿਰਭਉ ਨਿਰਵੈਰ ਪਰਮਾਤਮਾ ਨੂੰ ਇਸੇ ਵਾਸਤੇ ਕਿਹਾ ਹੈ। ਯੁੱਗ ਦਾ ਅਰਥ ਹੁੰਦਾ ਹੈ ਚਾਰ, ਤੇ ਯੁੱਗ ਦਾ ਅਰਥ ਹੈ ਚਾਰ। ਚਾਰ ਤੇ ਚਾਰ 8 ਹੋ ਗਏ। ਚਾਰ ਜਿਹੜੇ ਸਾਧਨ, ਜਿਹੜੇ ਇਸ ਪ੍ਰਕਾਰ ਅੰਤਰੰਗ ਸਾਧਨ ਨੇ ਜੀਵ ਨੂੰ ਪਰਮਾਤਮਾ ਨੂੰ ਮਿਲਣ ਵਾਸਤੇ, ਉਸ ਦੇ ਅੰਦਰ ਚਾਰ ਹੀ ਬਹਿਰੰਗ ਸਾਧਨ ਹਨ। ਬਹਿਰੰਗ ਦਾ ਅਰਥ ਬਾਹਰਲੇ ਜਿਹੜੇ ਸਾਧਨ ਨੇ, ਬੈਰਾਗ, ਵਿਵੇਕ, ਖਟ, ਸਮਤੀ, ਮੋਖ, ਇੱਛਾ। ਇਹ ਜਿਹੜੇ ਚਾਰ ਸਾਧਨ ਨੇ, ਤੇ ਚਾਰ ਹੀ ਸਾਧ ਸੰਗਤ ਜੀ ਅੰਤਰੀਵ ਮੰਨੇ ਨੇ, ਅੰਤਰੰਗ ਸਾਧਨ ਹਨ। ਉਹਦੇ ਵਿੱਚ ਹੈ ਸ਼ਰਵਣ, ਮੰਨਣ, ਨਿਧਿਆਸਣ ਤੇ ਤਤ ਤਵੰਗ ਦਾ ਸੁਸ਼ੋਧਨ। ਇਹ ਜਿਹੜੇ ਯੁੱਗ ਤੇ ਯੁੱਗ, ਚਾਰ ਤੇ ਚਾਰ 8 ਸਾਧਨ ਹਨ, ਪਰਮਾਤਮਾ ਵਾਹਿਗੁਰੂ ਨੇ ਆਪ ਹੀ ਉਹਨਾਂ ਜਗਿਆਸੂਆਂ ਦੇ ਅੰਦਰ ਥਾਪ ਸਥਿਤ ਕੀਤੇ ਰੱਖੇ ਨੇ।
ਕਿਸੇ ਨੂੰ ਵਿਰਾਗ ਦੇ ਦਿੱਤਾ, ਕਿਸੇ ਨੂੰ ਵਿਵੇਕ ਦੇ ਦਿੱਤਾ, ਕਿਸੇ ਨੂੰ ਖਟ ਸੰਮਤੀ, ਕਿਸੇ ਨੂੰ ਮੋਖ ਇੱਛਾ ਦਿੱਤਾ ਹੈ। ਕਿਸੇ ਨੂੰ ਸ਼ਰਵਣ, ਕਿਸੇ ਨੂੰ ਮੰਨਣ, ਕਿਸੇ ਨੂੰ ਨਿਧਿਆਸਨ, ਕਿਸੇ ਨੂੰ ਤਤ ਤਵੰਗ ਦਾ ਸੁਸ਼ੋਧਨ। ਇਹ ਜਿਹੜੇ 8 ਸਾਧਨ ਨੇ ਅੰਤਰੰਗ ਤੇ ਬਹਿਰੰਗ, ਇਹਨਾਂ ਨੂੰ ਥਾਪ ਪਰਮਾਤਮਾ ਨੇ ਸਥਾਪਨ ਕਰਕੇ ਜੀਵਾਂ ਦੇ ਅੰਦਰ ਸਦਾ ਨਿਰਵੈਰ, ਆਪ ਫਿਰ ਵੀ ਵੈਰ ਤੋਂ ਰਹਿਤ ਹੈ। ਵੈਰ ਤੋਂ ਰਹਿਤ ਪਰਮਾਤਮਾ ਕਿਉਂ ਹੈ? ਕਿਉਂਕਿ ਪਰਮਾਤਮਾ ਸਾਰੇ ਜੀਵਾਂ ਦਾ ਆਪ ਹੀ ਆਤਮਾ ਰੂਪ ਹੈ। ਤੇ ਜਦੋਂ ਜੋਤ ਵਾਹਿਗੁਰੂ ਪਰਮਾਤਮਾ ਦੀ ਸਾਰਿਆਂ ਦੇ ਅੰਦਰ ਹੋਵੇਗੀ ਤੇ ਫਿਰ ਸਾਧ ਸੰਗਤ ਪਰਮਾਤਮਾ ਕਿਵੇਂ ਕੋਈ ਬੈਰ ਕਰੇਗਾ? ਜਿਵੇਂ ਕੋਈ ਮਾਤਾ ਤੇ ਪਿਤਾ ਜਾਣਦੇ ਵੀ ਬੱਚੇ ਸਾਡੀ ਅੰਸ਼ ਹਨ, ਮਾਤਾ ਪਿਤਾ ਫਿਰ ਉਹ ਬੱਚਿਆਂ ਨਾਲ ਬੈਰ ਨਹੀਂ ਕਰਦੇ। ਇਸੇ ਤਰ੍ਹਾਂ ਪਰਮਾਤਮਾ ਨੇ ਚਾਹੇ ਦੇਵਤੇ ਨੇ ਉਹਨਾਂ ਵਿੱਚ ਵੀ ਆਪਣੀ ਜੋਤ ਰੱਖੀ ਹੈ, ਆਤਮਾ ਉਹਨਾਂ ਵਿੱਚ ਵੀ ਹੈ। ਚਾਹੇ ਦੈਂਤ ਨੇ ਦੇਵਤਿਆਂ ਨਾਲ ਝਗੜਾ ਕਰਨ ਵਾਲੇ, ਜੋਤ ਉਹਨਾਂ ਵਿੱਚ ਵੀ ਰੱਖੀ ਹੈ। ਮਨਮੁਖ ਬੰਦਾ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਹੈ, ਭਲੇ ਬੁਰੇ ਬੋਲ ਬੋਲਦਾ, ਜੋਤ ਉਹਦੇ ਵਿੱਚ ਵੀ ਪਈ ਪਰਮਾਤਮਾ ਦੀ। ਤੇ ਗੁਰਮੁਖ ਦੇ ਅੰਦਰ ਵੀ ਜੋਤ ਹੈ। ਬੱਚਾ, ਬੁੱਢਾ, ਇਸਤਰੀ, ਪੁਰਖ, ਅਮੀਰ, ਗਰੀਬ, ਸਾਰਿਆਂ ਅੰਦਰ ਇੱਕ ਦੀ ਜੋਤ ਹੋਣ ਕਰਕੇ ਪਰਮਾਤਮਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਕਰਦਾ। ਚੰਦਰਮਾ ਨੂੰ ਕੋਈ ਮਾੜਾ ਕਹੇ, ਚੰਦਰਮਾ ਦਾ ਕੁਝ ਘਟਦਾ ਨਹੀਂ। ਸੂਰਜ ਵੱਲ ਮੂੰਹ ਕਰਕੇ ਥੁੱਕੀ ਜਾਵੇ, ਆਪਣੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ, ਸੂਰਜ ਤੇ ਕੋਈ ਅਸਰ ਨਹੀਂ ਹੁੰਦਾ। ਪਰਮਾਤਮਾ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕੀਤੇ, 4 ਯੁੱਗ ਬਣਾਏ ਨੇ ਵਾਹਿਗੁਰੂ ਜੀ ਨੇ, ਤੇ 8 ਜਿਹੜੇ ਸਾਧਨ ਗੁਰਮੁਖਾਂ ਦੇ ਅੰਦਰ ਰੱਖ ਕੇ ਫਿਰ ਆਪ ਉਹ ਨਿਰਵੈਰ ਹੋ ਕਰਕੇ ਵਰਤ ਰਿਹਾ ਹੈ। ਜਨਮ ਮਰਨ ਨਹੀਂ ਤੰਦਾ ਤੈਰ। ਪਰਮੇਸ਼ਰ ਵਾਹਿਗੁਰੂ ਸਾਡੇ ਵਾਂਗ ਉਹ ਜਨਮ ਲੈ ਕੇ ਆਉਂਦਾ ਨਹੀਂ। ਜੇ ਜਨਮ ਹੋਵੇ ਤੇ ਪਰਮਾਤਮਾ ਦੀ ਕੋਈ ਮਾਤਾ ਵੀ ਹੋਵੇ ਤੇ ਉਹਦਾ ਕੋਈ ਪਿਤਾ ਵੀ ਹੋਵੇ। ਇਸ ਲਈ ਪਰਮਾਤਮਾ ਵਾਹਿਗੁਰੂ ਜਨਮ ਕਹੀਏ ਜੰਮਣ ਤੋਂ ਰਹਿਤ ਹੈ। ਮਰਨ ਦਾ ਅਰਥ ਸਾਡੇ ਵਾਂਗ ਉਸ ਸਰੂਪ ਦੀ ਕਦੇ ਮੌਤ ਨਹੀਂ ਹੁੰਦੀ ਹੈ। ਇਸ ਲਈ ਸਹਿ ਭੰਗ ਕਿਹਾ ਪਰਮਾਤਮਾ ਨੂੰ ਸੋਤੇ ਪ੍ਰਕਾਸ਼ ਹੈ। ਜਨਮ ਮਰਨ ਨਹੀਂ, ਇਸ ਲਈ ਪਰਮਾਤਮਾ ਦੇ ਅੰਦਰ ਜੰਮਣਾ ਤੇ ਮਰਨਾ ਨਹੀਂ ਹੈ। ਨਹੀਂ ਧੰਦਾ ਧੈਰ, ਇਹ ਜਿਹੜਾ ਨਹੀਂ ਸ਼ਬਦ ਹੈ ਇਹ ਦੇਲੀ ਦੀਪਕ ਹੈ। ਅਰਥ ਦੇ ਵਾਸਤੇ ਜਨਮ ਮਰਨ ਨਹੀਂ ਇੱਧਰ ਵੀ ਲੱਗ ਜਾਣਾ, ਨਹੀਂ ਧੰਦਾ ਧੈਰ ਤੇ ਅਰਥ ਵਾਸਤੇ ਧੰਦਾ ਧੈਰ ਦੇ ਨਾਲ ਵੀ ਲੱਗ ਜਾਣਾ। ਪਰਮਾਤਮਾ ਵਾਹਿਗੁਰੂ ਦੁਨੀਆ ਦੇ ਧੰਦਿਆਂ ਦੇ ਅੰਦਰ ਧੈਰ ਕਹੀਏ ਉਹ ਵਿਚਰਨ ਵਾਲਾ ਨਹੀਂ, ਧੌਣ ਵਾਲਾ ਨਹੀਂ ਹੈ। ਜਿਵੇਂ ਬੰਦਾ ਵਿਅਕਤੀ ਇਹ ਮਨੁੱਖ ਧੰਦਿਆਂ ਦੇ ਮਗਰੀ ਦੌੜਿਆ ਫਿਰਦਾ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦਾ, ਪਰਮਾਤਮਾ ਦੁਨਿਆਵੀ ਧੰਦਿਆਂ ਦੇ ਮਗਰ ਦੌੜਨ ਵਾਲਾ ਨਹੀਂ। ਨਿਰਗੁਣ ਰੂਪ ਦੇ ਅੰਦਰ ਟਿਕਿਆ ਹੋਇਆ, ਸਰਗੁਣ ਰੂਪ ਦੇ ਅੰਦਰ ਤਾਂ ਅਨੇਕਾਂ ਭਗਤਾਂ ਦੇ ਕੰਮ ਕੀਤੇ ਨੇ ਪਰਮਾਤਮਾ ਨੇ। ਨਿਰਗੁਣ ਸਰੂਪ ਦੇ ਅੰਦਰ ਕੋਈ ਵੀ ਪਰਮਾਤਮਾ ਵਾਹਿਗੁਰੂ ਧੰਦਿਆਂ ਦੇ ਵਿੱਚ ਧੌਂਦਾ ਨਹੀਂ ਹੈ, ਦੌੜਦਾ ਨਹੀਂ ਹੈ। ਸੋ ਦੀਸੈ ਸੋ ਆਪੇ ਆਪ। ਗੁਰੂ ਪਿਆਰਿਆਂ ਦੀ ਬਿਰਤੀ ਕੀ ਬਣ ਜਾਂਦੀ? ਗੁਰਮੁਖਾਂ ਦੀ ਅਵਸਥਾ ਹੁੰਦੀ ਜੋ ਦੀਸੈ, ਜਿਹੜਾ ਵੀ ਕੁਝ ਉਹਨਾਂ ਨੂੰ ਦੀਸੈ ਦਿਸਦਾ ਹੈ। ਸੋ ਆਪੇ ਆਪ ਕਹਿੰਦੇ ਉਹ ਆਪੇ ਆਪ ਹੀ ਪਰਮਾਤਮਾ ਵਾਹਿਗੁਰੂ ਹੀ ਬਣਿਆ ਹੋਇਆ। ਸੂਰਜ ਵੱਲ ਵੇਖਦੇ ਤੇ ਕਹਿੰਦੇ ਇੱਥੇ ਪ੍ਰਕਾਸ਼ ਰੂਪ ਹੈ ਪਰਮਾਤਮਾ। ਚੰਦਰਮਾ ਵੱਲ ਵੇਖਦੇ ਤੇ ਇੱਥੇ ਸ਼ਾਂਤ ਰੂਪ ਹੋ ਕੇ ਵਰਤ ਰਿਹਾ। ਇਹ ਬਨਸਪਤੀ ਵਿੱਚ ਰਸ ਭਰੀ ਜਾਂਦਾ। ਗੁਲਾਬ ਦੇ ਫੁੱਲ ਵੱਲ ਗੁਰੂ ਦਾ ਪਿਆਰਾ ਗੁਰਮੁਖ ਵੇਖਦਾ, ਕਹਿੰਦੇ ਇੱਥੇ ਮੇਰਾ ਪਰਮਾਤਮਾ ਫੁੱਲ ਰੂਪ ਹੋ ਕੇ ਵਰਤਦਾ ਹੈ, ਇੱਥੇ ਸੁਗੰਧੀਆਂ ਦੇਈ ਜਾਂਦਾ। ਇਹ ਜੋਤ ਪਰਮਾਤਮਾ ਦੀ ਸਾਰਿਆਂ ਵਿੱਚ ਹੈ। ਗੁਰੂ ਦੇ ਪਿਆਰੇ ਫਿਰ ਸਾਰੀ ਜਗ੍ਹਾ ਤੇ ਜੋ ਵੀ ਦਿਸੈ ਦਿਸਦਾ ਉਹਨਾਂ ਨੂੰ ਦੇਖਦੇ ਨੇ। ਪਰਮਾਤਮਾ ਦਾ ਆਪਣੇ ਆਪ ਤੋਂ ਹੀ ਸਾਰਾ ਸਰੂਪ ਦੇਖਦੇ ਹਨ। ਆਪ ਉਪਾਏ ਆਪੇ ਕਟ ਥਾਪ। ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਹੀ ਜੀਵਾਂ ਨੂੰ ਉਪਾਏ ਪੈਦਾ ਕੀਤਾ ਹੋਇਆ, ਆਪ ਹੀ ਸਾਰਿਆਂ ਦੇ ਘਟ ਹਿਰਦੇ ਅੰਦਰ ਆਪਣੀ ਜੋਤ ਨੂੰ ਵੀ ਸਥਾਪਨ ਕੀਤਾ, ਆਤਮਾ ਰੂਪ ਨੂੰ ਵੀ ਟਿਕਾਇਆ ਹੋਇਆ। ਆਪ ਅਗੋਚਰ ਧੰਦੈ ਲੋਈ। ਪਰਮੇਸ਼ਰ ਵਾਹਿਗੁਰੂ ਆਪ ਤਾਂ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਹੱਥਾਂ ਨਾਲ ਪਕੜਿਆ ਨਹੀਂ ਜਾਂਦਾ, ਪੈਰਾਂ ਨਾਲ ਚੱਲ ਕੇ ਉੱਥੇ ਤੱਕ ਪੁੱਜਿਆ ਨਹੀਂ ਜਾਂਦਾ, ਅੱਖਾਂ ਉਹ ਰੂਪ ਨੂੰ ਵੇਖ ਨਹੀਂ ਸਕਦੀਆਂ, ਜ਼ੁਬਾਨ ਉਹਨੂੰ ਬਿਆਨ ਨਹੀਂ ਕਰ ਸਕਦੀ, ਕੰਨਾਂ ਦੇ ਨਾਲ ਉਸ ਸਰੂਪ ਦਾ ਪੂਰਾ ਜਿਹੜਾ ਨਿਰਣਾ ਸੁਣਿਆ ਨਹੀਂ ਜਾਂਦਾ।
ਇਸ ਲਈ ਸਾਰੇ ਇੰਦਰੀਆਂ ਦੇ ਅਗੋਚਰ ਵਿਸ਼ੇ ਹੈ, ਪਕੜ ਤੋਂ ਪਰੇ ਹੈ। ਧੰਦਾ ਲੋਈ, ਇਹ ਜਿੰਨੀ ਵੀ ਲੋਈ ਲੁਕਾਈ ਹੈ, ਜਿੰਨਾ ਵੀ ਇਹ ਸੰਸਾਰ ਹੈ, ਇਹ ਸਾਰਾ ਧੰਦਿਆਂ ਦੇ ਵਿੱਚ ਹੀ ਖਾਚਿਤ ਹੋਇਆ ਹੋਇਆ। ਜੋਗ ਜੁਗਤ ਜਗ ਜੀਵਨ ਸੋਈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਜਿਹੜਾ ਜੋਗ ਜੋੜਨ ਦੀ ਜੁਗਤੀ ਹੈ, ਇਹ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਜਗ ਜੀਵਨ ਸੋਈ, ਜਿਨ੍ਹਾਂ ਨੂੰ ਸੋਈ ਤਤ ਪਾਦਾ ਲੱਖ ਅਰਥ ਉਹ ਪਰਮਾਤਮਾ ਵਾਹਿਗੁਰੂ ਜਗਤ ਦਾ ਜੀਵਨ ਆਸਰਾ ਰੂਪ ਆਪ ਹੀ ਕਿਰਪਾ ਕਰ ਦੇਵੇ। ਉਹਨਾਂ ਜੀਵਾਂ ਨੂੰ ਜੋਗ ਜੋੜਨ ਦੀ ਜੁਗਤੀ ਕਹੀਏ, ਜਿਹੜੀ ਵਿਧੀ ਹੈ, ਢੰਗ ਤਰੀਕਾ ਹੈ, ਮਰਜ਼ਾਦਾ ਹੈ, ਇਹ ਪ੍ਰਾਪਤ ਹੋ ਜਾਂਦੀ ਹੈ। ਕਰ ਆਚਾਰ ਸੱਚ ਸੁਖ ਹੋਈ। ਜਦੋਂ ਗੁਰੂ ਦਾ ਪਿਆਰਾ ਕੋਈ ਸਾਧ ਸੰਗਤ ਜੀ ਐਸਾ ਆਚਾਰ, ਕੋਈ ਸ੍ਰੇਸ਼ਟ ਕਰਮ ਕਰਦਾ ਹੈ, ਭਗਤੀ ਕਰਦਾ, ਕੋਈ ਸੇਵਾ ਕਰਦਾ, ਕੋਈ ਸਿਮਰਨ ਕਰਦਾ, ਕੋਈ ਜਪ ਤਪ ਕਰਦਾ ਹੈ, ਫਿਰ ਉਹਨਾਂ ਨੂੰ ਸੱਚ ਸੁਖ ਹੋਈ। ਸੱਚੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਦੀਵ ਕਾਲ ਰਹਿਣ ਵਾਲਾ ਜਿਹੜਾ ਐਸਾ ਸੁਖ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਵਿਹੂਣਾ ਮੁਕਤ ਕਿਵ ਹੋਈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੌੜੀ ਦੀ ਸੰਪੂਰਨਤਾ ਕਰਦੇ ਹੋਏ ਉਚਾਰਨ ਕਰਦੇ ਨੇ, ਦੱਸੋ ਭਾਈ ਨਾਮ ਤੋਂ ਬਿਨਾ, ਨਾਮ ਤੋਂ ਸਖਣੇ ਹੋ ਕੇ, ਨਾਮ ਦੇ ਨਾਲੋਂ ਟੁੱਟ ਕਰਕੇ ਮੁਕਤ ਕਿਵ ਹੋਈ। ਕਿਵੇਂ ਮੁਕਤੀ ਹੋਵੇਗੀ? ਕਦਾਚਿਤ ਮੁਕਤੀ ਨਹੀਂ ਹੋਣੀ। ਜੇ ਮੁਕਤੀ ਕਿਸੇ ਨੇ ਪਾਈ ਹੈ, ਨਾਮ ਜਪ ਕੇ ਪਾਈ ਹੈ। ਜੇ ਕਿਸੇ ਨੇ ਮੁਕਤੀ ਪਾਉਣੀ ਹੈ ਤੇ ਨਾਮ ਜਪ ਕੇ ਹੀ ਮੁਕਤੀ ਹੋਵੇਗੀ। ਪਰਮੇਸ਼ਰ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਹੀ ਜੀਵ ਨੂੰ ਕੇਵਲ ਮੋਕਸ਼ਤਾ ਦਾ ਅਧਿਕਾਰੀ ਬਣਾਉਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਵੇਲੇ ਉਸ ਵਿਦਵਾਨ ਪੰਡਤ ਦੇ ਪ੍ਰਥਾਏ ਉਚਾਰਨ ਕੀਤੇ ਨੇ। ਅੱਜ ਸਾਨੂੰ ਸਾਰੀਆਂ ਸੰਗਤਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ। ਕਰ ਆਚਾਰ ਸੱਚ ਸੁਖ ਹੋਈ। ਨਾਮ ਵਿਹੂਣਾ ਮੁਕਤ ਕਿਵ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।